ਅਕਾਲ ਤਖਤ, ਅਕਾਲ ਤਖਤ। ਅਕਾਲ ਤਖਤ ਬਹੁਤ ਵੱਡਾ ਨਾਂ ਹੈ। ਅਕਾਲ ਤਖਤ, ਤਖਤ ਬਾਦਸ਼ਾਹੀਆਂ ਦੀ ਗੱਲ ਹੈ। ਅਕਾਲ ਅਕਾਲ ਪੁਰਖ ਹੈ। रूहानियत भी है, दुनियावी बादशाही भी है, ताकत भी है, सियासी ताकत भी है। ਵੇਖਣ ਨੂੰ ਤਾਂ ਲੱਗਦਾ ਵੀ ਪਤਾ ਨਹੀਂ ਕਿੰਨੀ ਵੱਡੀ ਚੀਜ਼ ਹੋਵੇਗੀ ਵੀ ਅਕਾਲ ਪੁਰਖ ਦਾ ਤਖਤ ਉਹਦੀ ਗੱਲ ਹੈ। ਹਾਂ, ਅਸੂਲੀ ਤੌਰ ਤੇ, ਸਿਧਾਂਤਕ ਤੌਰ ਤੇ, ਕਨਸੈਪਚੁਅਲ ਪੱਖੋਂ ਅਕਾਲ ਤਖਤ ਬਹੁਤ ਵੱਡੀ ਗੱਲ ਹੈ। ਦੁਨੀਆ ਵਿੱਚ ਸਿਰਫ ਅਕਾਲ ਪੁਰਖ ਦਾ ਤਖਤ ਹੀ ਜਿਹੜਾ ਹੈ ਸਦੀਵੀ ਹੈ, forever, eternal, everlasting। ਤੇ ਅਕਾਲ ਤਖਤ ਜਿਹੜਾ ਸਿੱਖ ਫਲਸਫੇ ਵਿੱਚ, ਸਿੱਖ ਤਾਰੀਖ ਵਿੱਚ ਗੁਰੂ ਹਰਗੋਬਿੰਦ ਸਾਹਿਬ ਨੇ 1608 ਵਿੱਚ ਪ੍ਰਗਟ ਕੀਤਾ ਸੀ। ਇੱਕ ਗਲਤ ਤਾਰੀਖ ਜਿਹੜੀ ਹਾੜ 1663 ਈਸਵੀ ਵਿਕਰਮੀ ਦੀ ਹੈ, ਜਿਹੜੀ ਕਿ 15 ਜੂਨ 1606 ਗ੍ਰੈਗੋਰੀਅਨ ਸਾਲ ਬਣਦੀ ਹੈ, ਇੰਟਰਨੈਸ਼ਨਲ ਕੈਲੰਡਰ ਦੀ ਬਣਦੀ ਹੈ। ਉਹ ਵੀ ਜਿਹੜੀ ਹੈ ਗੁਰੂ ਰਵਿਦਾਸ ਪਾਤਸ਼ਾਹ 6ਵੇਂ ਨੇ ਦਿੱਤੀ, ਜਿਹੜੀ ਕਿ ਗਲਤ ਹੈ। ਉਸ ਵੇਲੇ ਤਾਂ ਗੁਰੂ ਹਰਗੋਬਿੰਦ ਸਾਹਿਬ ਡਰੋਲੀ ਭਾਈ ਡਗਰੂ ਦੇ ਕੋਲ ਮੋਗਾ ਜ਼ਿਲ੍ਹੇ ਵਿੱਚ ਬੈਠੇ ਸਨ। ਤੋ ਜਿਹੜੀ ਗੱਲ 1608 ਵਿੱਚ ਪ੍ਰਗਟ ਕਰਨ ਦੀ ਹੈ, ਉਹ ਇੱਕ ਸਿਧਾਂਤ ਪ੍ਰਗਟ ਕੀਤਾ ਸੀ, ਇੱਕ ਥੜਾ ਬਣਾਇਆ ਸੀ। ਤੇ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਆਪ ਤਖਤ ਲਾ ਕੇ ਬੈਠਿਆ ਕਰਦੇ ਸਨ, ਔਰ ਉਹਨਾਂ ਦਾ ਅਕਾਲ ਤਖਤ ਪ੍ਰਗਟ ਕਰਨ ਦਾ ਮਤਲਬ ਇਹ ਸੀ, ਅਕਾਲ ਤਖਤ ਦੀ ਰਚਨਾ ਨਹੀਂ ਕੀਤੀ, ਬਣਾਇਆ ਨਹੀਂ ਹੈ। ਤਖਤ ਤਾਂ ਅਕਾਲ ਪੁਰਖ ਦਾ, ਤੇ ਅਕਾਲ ਪੁਰਖ ਦਾ ਤਖਤ ਅਕਾਲ ਪੁਰਖ ਨੇ ਆਪ ਹੀ ਬਣਾਇਆ। ਤੇ ਗੁਰੂ ਸਾਹਿਬ ਨੇ ਪ੍ਰਗਟ ਇਹ ਕੀਤਾ ਸੀ ਵੀ ਅੱਜ ਤੋਂ ਸਿੱਖ ਜਿਹੜੇ ਨੇ ਅਕਾਲ ਪੁਰਖ ਦੇ ਤਖਤ ਦੇ ਵਫਾਦਾਰ ਹੋਣਗੇ। ਇੱਕੋ ਹੀ ਤਖਤ ਹੈ ਅਕਾਲ ਪੁਰਖ। ਬਾਕੀ ਰਾਜੇ ਤਾਂ ਬਾਦਸ਼ਾਹ ਜਿਹੜੇ ਨੇ ਛਿਨ ਭੰਗਰਦੇ ਨੇ, ਕੋਈ 5 ਸਾਲ, ਕੋਈ 10, ਕੋਈ 20, 50 ਸਾਲ ਰਹਿ ਜਾਏਗਾ। ਤੇ ਅੱਜ ਦੇ ਸਿਸਟਮ ਵਿੱਚ ਜਿਹੜਾ ਪ੍ਰੈਜ਼ੀਡੈਂਟ ਤੇ ਚੇਅਰਮੈਨ ਤੇ ਚਾਂਸਲਰ ਹੈ, ਉਹਨਾਂ ਦੀ ਵੀ 4-5 ਸਾਲ ਤੋਂ ਬਾਅਦ ਕਿਸੇ ਦੀ ਮਿਆਦ ਨਹੀਂ ਹੁੰਦੀ। ਕੋਈ ਗਲਤੀ ਨਾਲ 2-4-5 ਸਾਲਾਂ ਡਿਕਟੇਟਰ ਮਾਸਿਆ ਦਾ ਵੀ ਕੱਟ ਸਕਦਾ ਹੈ। ਇੱਕ ਹੋਰ ਲਫ਼ਜ਼ ਸਿੱਖਾਂ ਵਿੱਚ ਅਕਾਲ ਬੁੰਗਾ ਵਰਤਿਆ ਜਾਂਦਾ ਹੈ। ਕਈਆਂ ਨੇ ਇਹ ਵੀ ਕਹਿਣਾ ਸ਼ੁਰੂ ਕੀਤਾ ਵੀ ਅਕਾਲ ਤਖਤ ਨਾਂ ਦੀ ਕੋਈ ਚੀਜ਼ ਗੁਰੂ ਹਰਗੋਬਿੰਦ ਸਾਹਿਬ ਨੇ ਪ੍ਰਗਟ ਨਹੀਂ ਕੀਤੀ। ਇਹ ਅਕਾਲ ਬੁੰਗੇ ਨੂੰ ਹੀ ਅਕਾਲ ਤਖਤ ਕਹਿੰਦੇ ਸੀ। ਉਹ ਵੀ ਬੇਸਮਝ ਲੋਕ ਨੇ, ਜਾਂ ਉਹਨਾਂ ਨੂੰ ਤਾਰੀਖ ਦੀ ਵਾਕਫੀ ਨਹੀਂ ਹੈ। ਅਕਾਲ ਬੁੰਗਾ ਅਲੱਗ ਚੀਜ਼ ਹੈ, ਅਕਾਲ ਤਖਤ ਅਲੱਗ ਚੀਜ਼ ਹੈ। ਬੁੰਗੇ ਅੰਮ੍ਰਿਤਸਰ ਸ਼ਹਿਰ ਵਿੱਚ 68 ਬੁੰਗੇ ਸਨ, ਜਿਹੜੇ ਕਿ ਮਿਸਲ ਕਾਲ ਦੇ ਵੇਲੇ ਬਣ ਚੁੱਕੇ ਸਨ, ਜਾਂ ਉਸ ਤੋਂ ਬਾਅਦ ਵੀ ਬਣਦੇ ਰਹੇ ਹੋਣਗੇ। ਤਾਂ ਇਹ ਬੁੰਗੇ ਸਨ ਜਿੱਥੇ ਆ ਕੇ ਮਿਸਲਾਂ ਵਾਲਿਆਂ ਦੇ ਜਿਹੜੇ ਜਥੇਦਾਰ ਸਨ ਜਾਂ ਉਹਨਾਂ ਦੀਆਂ ਸੰਸਥਾਵਾਂ ਸਨ, ਕੋਈ ਬੜੇ ਅਮੀਰ ਜਗੀਰਦਾਰ ਸਨ, ਉਹਨਾਂ ਨੇ ਆਪਣੇ ਰਹਿਣ ਵਾਸਤੇ ਰਿਹਾਇਸ਼ਾਂ ਬਣਾਈਆਂ ਸਨ। ਕਈ ਰਿਹਾਇਸ਼ਾਂ ਐਸੀਆਂ ਸਨ ਜਿੱਥੇ ਕਿ ਧਰਮ ਪ੍ਰਚਾਰ ਦੀਆਂ, ਖੋਜ ਦੀਆਂ ਗੱਲਾਂ ਵੀ ਹੋਇਆ ਕਰਦੀਆਂ ਸਨ, ਤੇ ਆਮ ਤੌਰ 'ਤੇ ਲੋਕ ਆ ਕੇ ਠਹਿਰਿਆ ਕਰਦੇ ਸਨ। ਰਾਜੇ ਮਹਾਰਾਜੇ ਦੇ ਬੁੰਗੇ ਵੀ ਸਨ, ਰਣਜੀਤ ਸਿੰਘ ਦਾ ਬੁੰਗਾ ਵੀ ਸੀ, ਸ਼ਹਿਜ਼ਾਦਿਆਂ ਦੇ ਬੁੰਗੇ ਵੀ ਸਨ। ਅਕਾਲ ਤਖਤ ਸਾਹਿਬ ਦੇ ਪਿੱਛੇ ਇੱਕ ਬੁੰਗਾ ਬਣਿਆ ਹੋਇਆ ਸੀਗਾ, ਇਸ ਨੂੰ ਅਕਾਲ ਬੁੰਗਾ ਕਹਿੰਦੇ ਸਨ। ਅਕਾਲ ਤਖਤ ਅਗਲੇ ਜਿਹੜਾ ਥੜਾ ਸੀ ਉਸ ਨੂੰ ਕਿਹਾ ਕਰਦੇ ਸਨ। ਜਦੋਂ 1986 ਵਿੱਚ ਅਕਾਲ ਤਖਤ ਸਾਹਿਬ ਦੀ ਬਿਲਡਿੰਗ ਨੂੰ ਢਾਹ ਕੇ ਦੁਬਾਰਾ ਬਣਾਉਣ ਲੱਗੇ ਆ, ਤੇ ਹੇਠੋਂ ਇੱਕ ਥੜਾ ਨਿਕਲਿਆ ਸੀ ਜਿਸ ਨੂੰ ਪਹਿਲਾਂ ਢਾਹਣ ਦੀ ਸ਼ੁਰੂ ਕੀਤਾ, ਤੇ ਬਾਅਦ 'ਚ ਸਮਝ ਲੱਗ ਗਈ ਉਹਨੂੰ, ਉਹਨਾਂ ਨੇ ਇਸ ਨੂੰ ਢਾਹਣਾ ਬੰਦ ਕਰਤਾ। ਕਈਆਂ ਨੇ ਤਾਂ ਇਹ ਕਿਹਾ ਵੀ ਗੁਰੂ ਹਰਗੋਬਿੰਦ ਸਾਹਿਬ ਵੇਲੇ ਦਾ ਇਹ ਥੜਾ ਸੀ। ਦਰਅਸਲ ਇਹ ਮਿਸਰ ਕਾਲ ਦਾ ਥੜਾ ਸੀਗਾ, ਜਿਸ ਨੂੰ ਬਾਅਦ ਵਿੱਚ ਉੱਪਰ ਨਵੀਂ ਇਮਾਰਤ ਬਣਾ ਕੇ ਤੇ ਜਿਹੜਾ ਮੌਜੂਦਾ ਇਮਾਰਤ ਬਣਾਈ ਗਈ ਸੀ, ਜਿਹੜੀ 1986 'ਚ ਢਾਈ ਗਈ, ਤੇ ਉਸ ਤੋਂ ਬਾਅਦ ਭਿੰਡਰਾਂ ਮਹਿਤਾ ਜਥੇ ਨੇ ਇਸ ਨਵੀਂ ਇਮਾਰਤ ਨੂੰ ਬਣਾਇਆ ਹੈ। ਅਕਾਲ ਤਖਤ ਇੱਕ ਸਿਧਾਂਤ ਹੈ, ਜਿਸ ਤਰ੍ਹਾਂ ਮੈਂ ਪਹਿਲਾਂ ਗੱਲ ਕੀਤੀ ਵੀ ਹਰ ਸਿੱਖ ਦੀ ਵਫਾਦਾਰੀ ਅਕਾਲ ਪੁਰਖ ਨਾਲ ਹੈ, ਉਹਦੇ ਤਖਤ ਨਾਲ ਹੈ, ਕਿਸੇ ਦੁਨਿਆਵੀ ਤਖਤ ਨਾਲ ਨਹੀਂ। ਇਹਦਾ ਮਤਲਬ ਇਹ ਨਹੀਂ ਕਿ ਅਸੀਂ ਦੁਨੀਆ ਦੇ ਕਾਨੂੰਨ ਨਹੀਂ ਮੰਨੇ। ਜਿਸ ਮੁਲਕ 'ਚ ਰਹਿੰਦੇ ਹਾਂ ਅਸੀਂ ਉਸ ਮੁਲਕ ਦੇ ਕਾਨੂੰਨ ਦੇ ਵਫਾਦਾਰ ਹਾਂ ਉੱਥੋਂ ਤੱਕ, ਜਦੋਂ ਤੱਕ ਉਸ ਕਾਨੂੰਨ ਦੀ ਜ਼ਦ ਆਉਂਦੀ ਹੈ। ਪਰ ਜਦੋਂ ਰੂਹਾਨੀਅਤ ਦੀ ਗੱਲ ਆਉਂਦੀ ਹੈ ਤਾਂ ਅਸੀਂ ਸਿਰਫ ਅਕਾਲ ਪੁਰਖ ਦੇ ਤਖਤ ਨੂੰ ਹੀ ਸਿਰ ਝੁਕਾਉਂਦੇ ਹਾਂ। ਸਾਡਾ ਕੋਈ ਹੋਰ ਤਖਤ ਨਹੀਂ ਹੈ, ਵਿਚਕਾਰਲਾ ਵੀ ਤਖਤ ਨਹੀਂ ਹੈ। ਕੋਈ ਇਮਾਰਤਾਂ, ਬਿਲਡਿੰਗਾਂ, ਬਾਦਸ਼ਾਹੀਆਂ, ਕੋਈ ਰਾਜੇ, ਕੋਈ ਪ੍ਰਧਾਨ, ਚੇਅਰਮੈਨ, ਕੋਈ ਇਹ ਸਾਡੇ ਨਹੀਂ ਹਨ। ਸਿੱਖੀ ਵਿੱਚ ਅਕਾਲ ਪੁਰਖ ਹੈ। ਅਕਾਲ ਪੁਰਖ ਦੇ ਵਿਚਕਾਰ ਗੁਰੂ ਵੀ ਨਹੀਂ ਆਉਂਦੇ। ਅਕਾਲ ਪੁਰਖ ਕੀ ਫੌਜ ਹੈ? ਖਾਲਸਾ। ਇਹਦੇ ਵਿਚਕਾਰ ਗੁਰੂ ਆਪ ਨਹੀਂ ਆਉਂਦੇ। ਖਾਲਸਾ ਦਾ ਮਾਨਾ ਇਹ ਹੈ
ਉਹ ਜਿਹੜੀ ਕਿ ਬਾਦਸ਼ਾਹ ਦੇ ਅਧੀਨ ਸਿੱਧੀ ਹੋਵੇ। ਤੇ ਸਿੱਖੀ 'ਚ ਬਾਦਸ਼ਾਹ ਕੌਣ ਹੈ? ਅਕਾਲ ਪੁਰਖ। ਅਕਾਲ ਪੁਰਖ ਤੇ ਸਿੱਖ ਦੇ ਵਿਚਕਾਰ ਕੋਈ ਫਾਸਲਾ ਨਹੀਂ ਹੈ, ਕੋਈ ਵਿਚੋਲਾ ਨਹੀਂ ਹੈ, ਕੋਈ ਗੁਰੂ ਨਹੀਂ ਹੈ, ਪ੍ਰਧਾਨ ਨਹੀਂ ਹੈ, ਸਾਧ ਨਹੀਂ ਹੈ, ਕੋਈ ਟੀਚਰ ਨਹੀਂ ਹੈ, ਕੁਝ ਵੀ ਨਹੀਂ ਹੈ ਇਹਦੇ ਵਿੱਚ। ਗੱਲ ਜਿਹੜੀ ਮੈਂ ਕਰਨੀ ਚਾਹੁੰਦਾ, ਤੁਸੀਂ ਸਵਾਲ ਪੁੱਛ ਰਹੇ ਸੀਗੇ ਉਹਦੇ ਮੁਤਲਕ, ਤੁਸੀਂ ਗੱਲ ਕੀਤੀ ਸੀ ਵੀ ਕੁਝ ਜਥੇਬੰਦੀਆਂ ਕਹਿ ਰਹੀਆਂ ਨੇ ਵੀ ਅਕਾਲ ਤਖਤ ਦੇ ਜਥੇਦਾਰ ਵਾਸਤੇ ਇੱਕ ਨਿਯਮਾਵਲੀ ਹੋਣੀ ਚਾਹੀਦੀ, ਇੱਕ ਸਿਸਟਮ ਹੋਣਾ ਚਾਹੀਦਾ, ਇੱਕ ਸੈਕਟਰੀ ਹੋਣਾ ਚਾਹੀਦਾ, ਸੈਕਟਰੀਏਟ ਹੋਣਾ ਚਾਹੀਦਾ ਹੈ ਵੀ ਕਿਵੇਂ ਉਹਨੂੰ ਚੁਣਿਆ ਜਾਵੇ। ਪਹਿਲੀ ਗੱਲ ਤਾਂ ਇਹ ਹੈ ਕਿ ਇਹ ਮੁਮਕਿਨ ਨਹੀਂ ਹੈ, ਪੋਸੀਬਲ ਹੀ ਨਹੀਂ ਹੈ ਕਿ ਉਹਦੇ ਵਾਸਤੇ ਕਿ ਤੁਸੀਂ ਸਿਸਟਮ ਬਣਾ ਦਿਓ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਮੁਲਾਜ਼ਮ ਹੈ ਜੋ ਅੱਜ ਦੇ ਸਿਸਟਮ 'ਚ ਦੇਖਿਆ ਜਾਏ, ਉਹਨੂੰ ਬਣਾਉਣ ਦਾ ਕੋਈ ਨਿਯਮ ਨਹੀਂ ਬਣਾਇਆ ਜਾ ਸਕਦਾ। ਰਹਿਤ ਮਰਿਆਦਾ ਵਿੱਚ ਵੀ ਲਿਖਿਆ ਹੈ ਤੇ ਗੁਰਦੁਆਰਾ ਐਕਟ ਵਿੱਚ ਵੀ ਲਿਖਿਆ ਵੀ ਉਹ ਇੱਕ ਮਿਨਿਸਟਰ ਹੈ। ਮਿਨਿਸਟਰ ਜਿਹੜਾ ਉਹ ਅੰਗਰੇਜ਼ੀ ਦਾ ਟਰਮ ਜਿਹੜਾ ਆਇਆ ਤਾਂ ਈਸਾਈਅਤ ਚੋਂ ਹੈ, ਕ੍ਰਿਸਚੀਅਨਟੀ ਚੋਂ ਆਇਆ, ਜਿਹਦਾ ਮਤਲਬ ਇੱਕ ਕਿਸਮ ਦਾ ਪੁਜਾਰੀ ਹੁੰਦਾ, ਸੀਨੀਅਰ ਪੁਜਾਰੀ ਕਹਿ ਲਓ। ਤੇ ਜੇਕਰ ਭਾਈ ਰਤਨ ਸਿੰਘ ਭੰਗੂ ਨੂੰ ਪੜ੍ਹੋ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ, ਤੇ ਭਾਈ ਮਨੀ ਸਿੰਘ ਵਾਸਤੇ ਵੀ ਉਹ ਹੀ ਲਿਖਦਾ ਪੁਜਾਰਨ ਸੇ ਵੱਡਾ ਪੁਜਾਰੀ। ਉਹ ਪੁਜਾਰੀਆਂ ਦਾ ਵੱਡਾ ਪੁਜਾਰੀ ਸੀ, ਸੀਨੀਅਰ ਪੁਜਾਰੀ ਸੀ, ਬਹੁਤ ਪੁਜਾਰੀ ਸਨ, ਪੁਜਾਰੀਆਂ 'ਚੋਂ ਵੱਡਾ ਪੁਜਾਰੀ ਉਹ ਸੀ, ਤਾਂ ਇਹਦਾ ਦਰਜਾ ਜਿਹੜਾ ਪੁਜਾਰੀ ਵਾਲਾ ਹੈ। ਦੂਸਰੀ ਗੱਲ ਵੀ ਕੀ ਇਹ ਸਿਸਟਮ ਬਣ ਸਕਦਾ ਹੈ? ਪਹਿਲੀ ਗੱਲ ਤਾਂ ਮੰਨ ਲਓ ਜੇ ਤੁਸੀਂ ਰੱਖਣਾ ਹੈ ਅਖੌਤੀ ਜਥੇਦਾਰ, ਤੇ ਕੀ ਇਹਦਾ ਸਿਸਟਮ ਬਣ ਸਕਦਾ ਹੈ? ਸਵਾਲ ਦਾ ਜਵਾਬ ਹੈ ਨਹੀਂ ਬਣ ਸਕਦਾ, ਕਿਉਂਕਿ ਸ਼੍ਰੋਮਣੀ ਕਮੇਟੀ ਨੂੰ ਪੂਰਾ ਹੱਕ ਹੈ ਕਿ ਉਹ ਜਿਹਨੂੰ ਮਰਜ਼ੀ ਇੱਥੇ ਗ੍ਰੰਥੀ ਥਾਪੇ। ਹੁਣ ਤਾਂ ਗ੍ਰੰਥੀ ਵੀ ਅੱਜ ਕੱਲ੍ਹ ਭਿੰਡਰਾਂ ਮਹਿਤਾ ਜਥੇ ਦੀ ਮਰਜ਼ੀ ਨਾਲ ਚੱਲਦੇ ਹਨ, ਤੇ ਭਿੰਡਰਾਂ ਮਹਿਤਾ ਜਥੇ ਬਾਰੇ ਬਲਵੰਤ ਸਿੰਘ ਨੰਦਗੜ੍ਹ ਨੇ ਕਿਹਾ ਵੀ ਇਹ ਹੁਕਮ ਸਾਰੇ ਨਾਗਪੁਰ ਤੋਂ RSS ਤੋਂ ਲੈਂਦੇ ਨੇ। ਸੋ ਯਾਨੀ ਇਹ RSS ਦੇ ਹੀ ਅਖੌਤੀ ਜਥੇਦਾਰ ਨੇ, ਉਹਨਾਂ ਦੇ ਗ੍ਰੰਥੀ ਨੇ। ਸਾਰੇ ਦਰਬਾਰ ਸਾਹਿਬ ਦੇ ਗ੍ਰੰਥੀ ਜਿਹੜੇ ਨੇ ਹੁਣ RSS ਦੇ, ਨਿਰਮਲਿਆਂ ਦੇ, ਉਦਾਸੀਆਂ ਦੇ, ਬ੍ਰਾਹਮਣਾਂ ਦੇ, ਉਹਨਾਂ ਦੇ ਟੋਲਿਆਂ ਦੇ ਵਿੱਚੋਂ ਹਨ। ਕੋਈ ਐਸਾ ਗ੍ਰੰਥੀ ਨਹੀਂ ਹੈ ਜਿਹੜਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਪਣੇ ਸਿੱਖ ਮਿਸ਼ਨਰੀ ਕਾਲਜ ਵਿੱਚੋਂ ਵੀ ਪੜ੍ਹ ਕੇ ਆਇਆ ਹੋਵੇ। ਸੋ ਇਹ ਸਾਰੇ ਪੁਜਾਰੀ ਜਿਹੜੇ ਨੇ ਇਹ ਸਿੱਖੀ ਦੇ ਨਹੀਂ, ਬ੍ਰਾਹਮਣੀ ਪੁਜਾਰੀ ਨੇ। ਖੈਰ ਗੱਲ ਕਰ ਰਿਹਾ ਸਾਂ ਅਖੌਤੀ ਜਥੇਦਾਰ ਦੀ, ਵੀ ਅਖੌਤੀ ਜਥੇਦਾਰ ਦੇ ਉਹਦੇ ਵਾਸਤੇ ਕਦੇ ਦਲ ਖਾਲਸਾ ਉੱਠਦਾ ਹੈ, ਕੋਈ ਪੰਥ ਪ੍ਰਧਾਨੀ ਉੱਠਦੀ ਹੈ, ਕੋਈ ਵਿਦੇਸ਼ਾਂ ਦੀਆਂ ਜਥੇਬੰਦੀਆਂ ਉੱਠਦੀਆਂ ਨੇ, ਕਦੇ ਕੋਈ ਕਹਿ ਦਿੰਦਾ, ਕਦੇ ਕੋਈ ਕਹਿੰਦਾ ਵੀ ਇਹਦੇ ਵਾਸਤੇ ਨਿਯਮ ਬਣਾਏ ਜਾਣ। ਜੋਗਿੰਦਰ ਸਿੰਘ ਵੇਦਾਂਤੀ ਜਦੋਂ ਮੁੱਖ ਸੇਵਾਦਾਰ ਬਣਿਆ 1999 ਦੇ ਅਖੀਰ ਵਿੱਚ, 2003 ਵਿੱਚ ਜਦੋਂ ਬਣਿਆ ਮੇਰੇ ਖਿਆਲ, ਉਸਨੇ ਇਹ ਕਿਹਾ ਸੀਗਾ ਕਿ ਇੱਕ ਸਿਸਟਮ ਬਣਾਇਆ ਜਾਵੇ ਜਿਹਦੇ ਵਿੱਚ ਜਥੇਦਾਰ ਜਿਹੜੇ ਨੇ ਉਹਨਾਂ ਨੂੰ ਬਣਾਉਣ ਦਾ, ਉਹਨਾਂ ਦੇ ਹੱਕਾਂ ਦਾ, ਉਹਨਾਂ ਦੀਆਂ ਫਰਜ਼ ਜਿਹੜੇ ਨੇ, ਰਾਈਟਸ ਐਂਡ ਡਿਊਟੀਜ਼, ਸਿਸਟਮ ਆਫ ਸਿਲੈਕਸ਼ਨ, ਇਹ ਜਿਹੜਾ ਬਣਾਇਆ ਜਾਵੇ। ਪਹਿਲੀ ਗੱਲ ਤਾਂ ਇਹ ਪੋਸੀਬਲ ਹੀ ਨਹੀਂ, ਕਦੇ ਨਹੀਂ ਹੋ ਸਕਦਾ ਕਿ ਸਾਰੇ ਸਿੱਖ ਇੱਕ ਬੰਦੇ ਤੇ ਐਗਰੀ ਕਰ ਜਾਣ। ਤੇ ਜਿਹੜਾ ਸ਼੍ਰੋਮਣੀ ਕਮੇਟੀ ਦਾ ਹਾਕਮ ਹੈ, ਪ੍ਰਧਾਨ ਹੈ, ਉਹ ਕਿਵੇਂ ਮਨਜ਼ੂਰ ਕਰੇਗਾ ਵੀ ਉਹਦੇ ਉੱਪਰ ਵੀ ਇੱਕ ਕੁੰਡਾ ਆ ਜਾਵੇ? ਕਿਉਂਕਿ ਉਹਨੇ ਤਾਂ ਉਹਦੇ ਕੋਲ ਆਪਣੀ ਮਰਜ਼ੀ ਦੇ ਫੈਸਲੇ ਕਰਵਾਉਣੇ ਹਨ। ਇੱਕ ਗੱਲ। ਦੂਜੀ ਗੱਲ, ਸਿਧਾਂਤਕ ਤੌਰ ਤੇ ਬਿਲਕੁਲ ਗਲਤ ਹੈ ਕਿ ਕਿਸੇ ਅਖੌਤੀ ਜਥੇਦਾਰ ਦੇ ਨਿਯਮ ਬਣਾਏ ਜਾਣ। ਜਦ ਜਥੇਦਾਰ ਅਹੁਦਾ ਹੀ ਨਹੀਂ ਹੈ ਤੇ ਇਹਦੇ ਨਿਯਮ ਕਿਉਂ ਬਣਾਏ ਜਾਣ? ਇਹ ਨਕਲੀ ਅਹੁਦਾ ਹੈ, ਇਹ ਨਾਜਾਇਜ਼ ਅਹੁਦਾ ਹੈ, ਇਹ ਧੋਖਾ ਹੈ ਸਿੱਖ ਪੰਥ ਦੇ ਨਾਲ, ਸਿੱਖ ਫਿਲਾਸਫੀ ਨਾਲ, ਸਿੱਖ ਤਾਰੀਖ ਨਾਲ। ਗੱਲ ਇਸ ਤਰ੍ਹਾਂ ਹੋਈ ਸੀ 12 ਅਕਤੂਬਰ 1920 ਦੇ ਦਿਨ, ਜਦੋਂ ਅਖੌਤੀ ਅਛੂਤ ਜਥੇਬੰਦੀਆਂ ਦੇ ਸਿੱਖ ਜਿਹੜੇ ਨੇ ਉਹ ਮੱਥਾ ਟੇਕਣ ਵਾਸਤੇ ਅਕਾਲ ਤਖਤ ਵੱਲ ਆ ਰਹੇ ਆ ਤੇ ਪ੍ਰਸ਼ਾਦ ਲੈ ਕੇ ਆ ਰਹੇ ਨੇ, ਤੇ ਪੁਜਾਰੀ ਭੱਜ ਗਏ ਵੀ ਕਿਤੇ ਇਹਨਾਂ ਦਾ ਪ੍ਰਸ਼ਾਦ ਕਬੂਲ ਨਾ ਕਰਨਾ ਪੈ ਜਾਵੇ। ਤਾਂ ਜਦੋਂ ਸਾਰੇ ਪੁਜਾਰੀ ਭੱਜ ਗਏ, ਖਾਲੀ ਜਗ੍ਹਾ ਦੇਖ ਕੇ ਜਿਹੜੇ ਸੰਗਤ ਸੀ ਉਹਨਾਂ ਨੇ ਕਿਹਾ ਵੀ ਅਕਾਲ ਤਖਤ ਸੁੰਜਾ ਛੱਡ ਗਏ ਨੇ, ਤੇ ਅਕਾਲ ਤਖਤ ਦੀ ਸੇਵਾ ਸੰਭਾਲ ਵਾਸਤੇ ਕੋਈ ਸਿੰਘ ਆਪਣਾ ਨਾਂ ਦੇਣ, ਇੱਥੇ ਜਿਹੜੇ ਡਿਊਟੀਆਂ ਸੰਭਾਲ ਲੈਣ। ਤੋ ਉਹਨਾਂ ਨੇ ਕਿਹਾ ਵੀ 21 ਬੰਦੇ ਚਾਹੀਦੇ ਨੇ, 5 ਜਿਹੜੇ ਇੱਕ ਗੇਟ ਤੇ, 5 ਇੱਕ ਗੇਟ ਤੇ, 5 ਪ੍ਰਸ਼ਾਦ ਤੇ ਸੇਵਾ ਵਾਸਤੇ, ਕੋਈ ਪਾਠ ਵਾਸਤੇ, ਕੋਈ ਹੋਰ ਇਸ ਤਰ੍ਹਾਂ। ਇੱਕ ਉਹਨਾਂ ਦੇ ਉੱਤੇ ਮੁਖੀ ਹੋਵੇ ਜਿਹੜਾ ਉਸ ਜਿਹੜੀ ਸੇਵਾ ਕਰਨ ਵਾਲੇ 20 ਬੰਦਿਆਂ ਦੇ ਉੱਤੇ ਇੱਕ ਮੁਖੀ ਹੋ ਜਾਵੇਗਾ। ਤੋ ਜਿਹੜੇ ਸੀਗਾ 17 ਜਿਹਨਾਂ ਨੇ ਆਪਣੇ ਨਾਂ ਦਿੱਤੇ, 21 ਪੂਰੇ ਵੀ ਨਹੀਂ ਹੋਏ, ਤੋ 17 ਦਾ ਇੱਕ ਜਥਾ ਉਸ ਕਾਇਮ ਕਰ ਦਿੱਤਾ ਗਿਆ ਜਿਹੜਾ ਕਿ ਸੇਵਾ ਕਰ ਰਿਹਾ ਸੀਗਾ, ਤੇ ਉਸ ਜਥੇ ਦਾ ਮੁਖੀ ਸੀਗਾ ਤੇਜਾ ਸਿੰਘ ਪੁੱਚਰ। ਉੱਥੋਂ ਬਣ ਗਿਆ ਵੀ ਅਕਾਲ ਤਖਤ ਦਾ ਜਥੇਦਾਰ। ਐਕਚੁਅਲੀ ਅਕਾਲ ਤਖਤ ਦੀ ਸੇਵਾ ਕਰਨ ਵਾਲੇ ਜਥੇ ਦਾ ਜਥੇਦਾਰ ਸੀ, ਅਕਾਲ ਤਖਤ ਦਾ ਜਥੇਦਾਰ ਨਹੀਂ। ਅਕਾਲ ਤਖਤ ਦਾ ਜਥੇਦਾਰ ਤਾਂ ਹੋ ਹੀ ਨਹੀਂ ਸਕਦਾ। ਜਥੇਦਾਰ ਤਾਂ ਕਿਸੇ ਜਥੇ ਦਾ ਹੁੰਦਾ, ਕਿਸੇ ਜਥੇਬੰਦੀ ਦਾ ਹੁੰਦਾ। ਅਕਾਲ ਤਖਤ ਕੋਈ ਜਥਾ ਹੈ, ਅਕਾਲ ਪੁਰਖ ਦਾ ਤਾਂ ਤਖਤ ਹੈ, ਤਖਤ ਦਾ ਜਥੇਦਾਰ ਨਹੀਂ ਹੋ ਸਕਦਾ। ਤਖਤ ਦਾ ਸੇਵਾਦਾਰ ਹੋ ਸਕਦਾ ਹੈ, ਤਖਤ ਦਾ ਸਰਬਰਾਹ ਹੋ ਸਕਦਾ ਹੈ, ਦਰਖਤ ਦਾ ਜਿਹੜਾ ਛਾਉਣੀ ਬਰਦਾਰ, ਉਹ ਕੁਝ ਕੋਈ ਵੀ ਨਾਂ ਰੱਖ ਸਕਦੇ ਹੋ, ਪਰ ਘੱਟੋ ਘੱਟ ਜਥੇਦਾਰ ਤੇ ਨਾਂ ਨਹੀਂ ਹੋ ਸਕਦਾ। ਤਾਂ ਇਹ ਅਕਾਲ ਤਖਤ ਦਾ ਅਖੌਤੀ ਜਥੇਦਾਰ ਇਸ ਤਰ੍ਹਾਂ 12 ਅਕਤੂਬਰ 1920 ਵਾਲੇ ਦਿਨ ਬਣਿਆ। ਫਿਰ ਇੱਕ ਹੋਰ ਗੱਲ ਹੈ, 1920 ਤੋਂ ਬਾਅਦ ਵੀ ਅਕਾਲ ਤਖਤ ਦਾ ਅਖੌਤੀ ਜਥੇਦਾਰ ਕਿਤੇ ਨਹੀਂ ਨਜ਼ਰ ਆਉਂਦਾ।
ਉਹ ਕੀ ਕਰਦੇ ਆ, ਜਿਹੜੇ ਪੁਜਾਰੀ ਸੇਵਾ ਕਰਨ ਵਾਲੇ ਬੰਦੇ ਬੈਠੇ ਸਨ ਜਾਂ ਗ੍ਰੰਥੀ ਬੈਠੇ ਸਨ, ਉਹਨਾਂ ਤੇ ਜਿਹੜਾ ਮੁਖੀ ਅਖੌਤੀ ਜਥੇਦਾਰ ਜਿਹਨੂੰ ਹੁਣ ਕਹਿਣ ਲੱਗ ਪਏ ਨੇ, ਉਹ ਜਦੋਂ ਕੋਈ ਜੱਥਾ ਉੱਥੋਂ ਗ੍ਰਿਫਤਾਰੀ ਵਾਸਤੇ ਜਾਂਦਾ ਸੀ ਗੁਰਦੁਆਰਾ ਸੁਧਾਰ ਲਹਿਰ ਵਿੱਚ 12 ਅਕਤੂਬਰ 1920 ਦੀ ਗੱਲ ਹੈ, ਤੇ 1925 ਤੱਕ ਇਹ ਜਿਹੜੀ ਇਹ 5 ਸਾਲ ਤਕਰੀਬਨ ਅਕਾਲੀ ਲਹਿਰ ਚੱਲੀ ਹੈ। ਜਿੱਥੇ ਗ੍ਰਿਫਤਾਰੀ ਦੇਣ ਜਾਂਦੇ ਸੀ, ਭਾਵੇਂ ਨਨਕਾਣਾ ਸਾਹਿਬ ਜਾਣ, ਗੁਰੂ ਦਾ ਬਾਗ ਜਾਣ, ਜੈਤੋ ਵਿੱਚ ਜਾਣ, ਕੰਗਸਰ, ਜਾਂ ਫਿਰ ਜਿਹੜੇ ਹੋਰ 2-4 ਫੇਰੂ ਦਾ ਮੋਰਚਾ ਲੱਗਿਆ ਸੀ, 1-2 ਹੋਰ ਮੋਰਚੇ ਨਿੱਕੇ ਨਿੱਕੇ ਸ਼ਹੀਦਗਾਹ ਦੇ ਮੋਰਚੇ ਲੱਗੇ ਸਨ ਬਾਅਦ ਵਿੱਚ। ਸੋ ਇਹਨਾਂ ਮੋਰਚਿਆਂ ਜਾਣ ਵਾਲਿਆਂ ਨੂੰ ਉਹ ਸਿਰੋਪਾ ਗਲ 'ਚ ਪਾਉਂਦੇ ਸੀ, ਉਹਨਾਂ ਨੂੰ ਉੱਥੋਂ ਤੋਰਿਆ ਕਰਦੇ ਸਨ, ਅਰਦਾਸ ਕਰਦੇ ਸਨ, ਅਰਦਾਸੀਏ ਸਨ, ਅਰਦਾਸ ਦੀ ਜ਼ਿੰਮੇਵਾਰੀ ਹੁੰਦੀ ਸੀ ਜਿਸ ਦੀ। ਇਹ ਜਥੇਦਾਰ ਕੋਈ ਕੌਮ ਦਾ ਨੁਮਾਇੰਦਾ ਤਾਂ ਨਹੀਂ ਸੀਗਾ, ਨਾ ਹੀ ਕੌਮ ਦਾ ਕੋਈ ਨੁਮਾਇੰਦਾ ਹੋ ਸਕਦਾ ਹੈ। ਉਸ ਤੋਂ ਬਾਅਦ ਵੀ ਤੁਸੀਂ ਦੇਖੋ ਬਈ ਅਕਾਲੀ ਲਹਿਰ ਤੋਂ ਬਾਅਦ ਕਿਤੇ ਨਾਂ ਨਿਸ਼ਾਨ ਨਹੀਂ ਹੈ। 1979 ਦੀ ਪਹਿਲੀ ਘਟਨਾ ਆਉਂਦੀ ਹੈ, ਇੱਕ ਵਿਚਕਾਰ ਆਉਂਦੀ ਹੈ 1927 ਵਿੱਚ, ਜਦੋਂ ਤੇਜਾ ਸਿੰਘ ਭਸੌੜ ਵਾਲੇ ਨੂੰ ਪੰਚੋ ਅਖੌਤੀ ਤੌਰ ਤੇ ਖਾਰਿਜ ਕੀਤਾ ਗਿਆ। ਤਾਂ ਉਹਨੂੰ ਖਾਰਿਜ ਕਰਨ ਵਾਸਤੇ ਕੋਈ ਜਥੇਦਾਰ ਨਹੀਂ ਸੀ, ਉਹ ਸ਼੍ਰੋਮਣੀ ਕਮੇਟੀ ਦੀ ਰਹਿਤ ਮਰਿਆਦਾ ਕਮੇਟੀ ਜਿਹੜੀ ਹੈ, ਜਿਹੜੀ ਕਿ ਸਿੱਖ ਧਾਰਮਿਕ ਸਲਾਹਕਾਰ ਕਮੇਟੀ ਹੈ, ਉਹਨਾਂ ਨੇ ਇੱਕ ਮਤਾ ਬਣਾਇਆ, ਸ਼੍ਰੋਮਣੀ ਕਮੇਟੀ ਨੇ ਪਾਸ ਕੀਤਾ, ਤੇ ਉੱਥੋਂ ਦੇ ਪੁਜਾਰੀ ਨੇ ਜਿਹੜਾ ਉਸ ਨੂੰ ਉੱਥੋਂ ਪੜ੍ਹ ਦਿੱਤਾ, ਰਿਲੀਜ਼ ਕਰ ਦਿੱਤਾ। ਫਿਰ 1979 ਵਿੱਚ ਇੱਕ ਵਾਰੀ ਮਾਸਟਰ ਤਾਰਾ ਸਿੰਘ ਤੇ ਫਤਿਹ ਸਿੰਘ ਤੇ ਸਾਰਿਆਂ ਨੇ ਜਦੋਂ ਵਰਤ ਜਿਹੜੇ ਛੱਡੇ ਹੈ, ਤਾਂ 1962 ਇਹ ਗੱਲ 62 ਦੀ ਹੈ। 1962 ਵਿੱਚ ਜਦੋਂ ਇਹ 60 ਵਿੱਚ ਮਾਸਟਰ ਫਤਿਹ ਸਿੰਘ ਨੇ ਛੱਡਿਆ, 61 ਵਿੱਚ ਫਿਰ ਮਾਸਟਰ ਤਾਰਾ ਸਿੰਘ ਨੇ ਛੱਡਿਆ, ਫਿਰ ਫਤਿਹ ਸਿੰਘ ਨੇ ਛੱਡਿਆ, ਇਸ ਤਰ੍ਹਾਂ ਕਈ ਛੱਡੇ। ਤਾਂ ਇੱਕ ਇਹ ਕੇਸ ਜਿਹੜਾ ਹੈ ਉਹ ਹੱਲ ਕਰਨ ਵਾਸਤੇ ਇੱਕ 5 ਮੈਂਬਰੀ ਸਾਲਸੀ ਕਮੇਟੀ ਬਣਾਈ ਗਈ, ਜਿਹਦੇ ਵਿੱਚ ਪੁਜਾਰੀ ਸਾਰੇ ਸ਼ਾਮਿਲ ਸਨ, ਅਕਾਲ ਤਖਤ ਦਾ ਦਰਬਾਰ ਸਾਹਿਬ ਦੇ ਸਾਰੇ ਪੁਜਾਰੀ ਸ਼ਾਮਿਲ ਸਨ। ਉਹਨਾਂ ਨੇ ਇੱਕ ਫੈਸਲਾ ਦਿੱਤਾ, ਕੋਈ ਹੁਕਮਨਾਮਾ ਨਹੀਂ ਜਾਰੀ ਕੀਤਾ, ਕੋਈ ਹੁਕਮ ਨਹੀਂ ਕੀਤਾ, ਕੋਈ ਇੱਕ ਫੈਸਲਾ ਕੀਤਾ ਜਿਹਦੇ ਨਾਲ ਉਹ ਜਿਨ੍ਹਾਂ ਨੇ ਗਲਤੀਆਂ ਕੀਤੀਆਂ ਸੀ ਉਹਨਾਂ ਨੂੰ ਧਾਰਮਿਕ ਸਜ਼ਾ ਲਾਈ ਗਈ। ਫਿਰ ਉਸ ਤੋਂ ਬਾਅਦ 1979 ਵਿੱਚ ਜਦੋਂ ਬਾਦਲ ਦੀ ਹਕੂਮਤ ਸੀ ਤੇ ਟੌੜਾ ਤੇ ਤਲਵੰਡੀ ਨੇ ਇਹ ਵੇਖਿਆ ਵੀ ਹਕੂਮਤ ਸਾਨੂੰ ਹਿੱਸਾ ਨਹੀਂ ਮਿਲ ਰਿਹਾ, ਤਾਂ ਇਹਨਾਂ ਨੇ ਅਖੌਤੀ ਜਥੇਦਾਰ ਦੇ ਨਾਂ ਤੇ, ਪੁਜਾਰੀ ਦੇ ਨਾਂ ਤੇ ਇੱਕ ਪਟੀਸ਼ਨ ਦੇ ਦਿੱਤੀ ਵੀ ਦੇਖੋ ਜੀ ਇਹ ਗਲਤ ਕਰ ਰਿਹਾ ਹੈ, ਇਹ ਪੰਥਕ ਰਵਾਇਤਾਂ ਨੂੰ ਢਾਹ ਲਾ ਰਿਹਾ ਹੈ। ਇੱਦਾਂ ਦੇ ਹੋਰ ਬਹਾਨੇ ਲਾਣੇ ਹੁੰਦੇ। ਅਸਲ ਮਸਲਾ ਸੀ ਵੀ ਤਾਕਤ 'ਚ ਉਹਨਾਂ ਨੂੰ ਹਿੱਸਾ ਘੱਟ ਮਿਲ ਰਿਹਾ ਸੀਗਾ। ਤਾਂ ਖੈਰ ਉਸ ਵੇਲੇ ਦੇ ਡਰਾਮੇ ਵਿੱਚ ਵੀ ਜੋ ਕੁਛ ਹੋਇਆ ਉਹ ਵੀ ਜਿਹੜਾ ਕਈਆਂ ਨੇ ਮਨਜ਼ੂਰ ਕੀਤਾ ਨੇ, ਕਈਆਂ ਨੇ ਨਹੀਂ ਮਨਜ਼ੂਰ ਕੀਤਾ। ਅਸਲ ਅਕਾਲ ਤਖਤ ਦੇ ਅਖੌਤੀ ਜਥੇਦਾਰ ਦੀ ਗੱਲ 1986 ਦੀ 26 ਜਨਵਰੀ ਨੂੰ ਬਣੀ ਹੈ, ਜਦੋਂ ਭਿੰਡਰਾਂ ਮਹਿਤਾ ਜੱਥਾ ਵਾਲਿਆਂ ਨੇ ਆ ਕੇ ਤੇ ਉੱਥੇ ਇਕੱਠ ਕੀਤਾ ਤੇ ਕਬਜ਼ਾ ਕਰਕੇ ਤੇ ਜਸਵੀਰ ਸਿੰਘ ਰੋਡੇ ਨੂੰ ਜਥੇਦਾਰ ਬਣਾਤਾ। ਉਹ ਵੀ ਇਸ ਕਰਕੇ ਵੀ ਇੱਦਾਂ ਬਣਾਵਾਂਗੇ ਕਿ ਉਹ ਸ਼ਾਇਦ ਜੇਲ੍ਹ ਵਿੱਚੋਂ ਰਿਹਾ ਹੋ ਜਾਏ, ਜਿਹੜਾ ਉਸ ਵੇਲੇ ਸਾਗਰ ਜੇਲ੍ਹ ਮੱਧ ਪ੍ਰਦੇਸ਼ ਵਿੱਚ ਬੈਠਾ ਸੀ। ਇੱਥੋਂ ਆਉਂਦੀ ਹੈ 71 ਦੇ ਅਖੌਤੀ ਜਥੇਦਾਰ ਦੀ ਕਹਾਣੀ ਸ਼ੁਰੂ। ਬੁਰਛਾਗਰਦੀ ਦਾ ਦੌਰ ਰਿਹਾ ਸਾਰਾ 86 ਤੋਂ ਬਾਅਦ ਲੈ ਕੇ 99 ਤੱਕ, 98 ਦੇ ਅਖੀਰ ਤੱਕ। ਇਹ 12 ਸਾਲ ਕਦੇ ਕੋਈ ਜਥੇਦਾਰ, ਕਦੇ ਕੋਈ ਆ ਰਿਹਾ, ਕਦੇ ਦਰਸ਼ਨ ਸਿੰਘ ਆ ਰਿਹਾ ਰਾਗੀ, ਕਦੇ ਰਣਜੀਤ ਸਿੰਘ ਆ ਰਿਹਾ, ਕਦੇ ਕੋਈ ਹੋਰ ਆ ਰਿਹਾ। ਉਹਨਾਂ ਨੇ ਆ ਕੇ ਇਸ ਅਹੁਦੇ ਦੇ ਉੱਤੇ ਇਸ ਤਰ੍ਹਾਂ ਆਪਣੇ ਆਪ ਨੂੰ ਪੇਸ਼ ਕਰਨਾ ਸ਼ੁਰੂ ਕਰਤਾ ਜਿਵੇਂ ਕਿ ਕੌਮ ਦੇ ਸਭ ਤੋਂ ਵੱਡੇ ਨੁਮਾਇੰਦੇ, ਕੌਮ ਦੇ ਮਾਲਕ, ਕੌਮ ਦੇ ਵਾਹਿਦ ਆਗੂ ਹੁੰਦੇ ਹਨ, ਜਦ ਕਿ ਸਿੱਖੀ ਸਿਧਾਂਤਾਂ 'ਚ ਇਹੋ ਜਿਹੀ ਕੋਈ ਗੱਲ ਨਹੀਂ ਸੀ। 98 'ਚ ਆ ਕੇ ਦਸੰਬਰ ਦੇ ਵਿੱਚ ਆ ਕੇ ਟੌੜੇ ਨਾਲ ਬਾਦਲ ਦੀ ਟਕਰਾਅ ਹੋ ਗਿਆ ਤੇ ਬਾਦਲ ਨੇ ਆ ਕੇ ਕਬਜ਼ਾ ਕਰ ਲਿਆ। ਉਸ ਤੋਂ ਬਾਅਦ ਜਿਹੜਾ ਅਕਾਲ ਤਖਤ ਹੈ ਹੁਣ ਬਾਦਲ ਦੀ ਆਪਣੀ ਮਰਜ਼ੀ ਹੈ, ਜਿਹਨੂੰ ਮਰਜ਼ੀ ਲਾਵੇ। ਕਦੇ ਭਾਵੇਂ ਪੂਰਨ ਸਿੰਘ ਨੂੰ ਲਾ ਦੇਵੇ, ਕਦੇ ਜੋਗਿੰਦਰ ਸਿੰਘ ਵਿਦਾਂਤੀ ਨੂੰ ਲਾ ਦੇਵੇ, ਕਦੇ ਗੁਰਬਚਨ ਸਿੰਘ ਨੂੰ ਲਾ ਦੇਵੇ, ਕੱਲ੍ਹ ਇਹਨੂੰ ਲਾ ਕੇ ਕੋਈ ਹੋਰ ਲਾ ਦੇਗਾ, ਕੋਈ ਫਰਕ ਨਹੀਂ ਪੈਂਦਾ। ਇਹ ਪੁਜਾਰੀ ਜਿਹੜੇ ਨੇ, ਮੈਂ ਤਾਂ ਇਹਨਾਂ ਦੇ ਵਾਸਤੇ ਲਫ਼ਜ਼ ਧਾਰਮਿਕ ਵੇਸਵਾਵਾਂ ਕਹਿੰਦਾ, ਬਾਦਲ ਦੀਆਂ ਵੇਸਵਾਵਾਂ ਨੇ। ਜਿਸ ਤਰ੍ਹਾਂ ਕੀਪਸ ਹੁੰਦੀਆਂ ਨੇ ਰੱਖੀਆਂ ਹੋਈਆਂ ਰਖੈਲਾਂ, ਇਹ ਇਸੇ ਤਰ੍ਹਾਂ ਬਾਦਲ ਦੀਆਂ ਰਖੈਲਾਂ ਹੁੰਦੀਆਂ ਨੇ। ਪੁਜਾਰੀ ਜੋ ਇਹ ਵਰਤਦੇ ਹਨ, ਹੋਣੇ ਨਹੀਂ ਚਾਹੀਦੇ। ਇਹ ਜਿੱਦਾਂ ਇਹ ਉਹਨਾਂ ਨਾਲ ਵਰਤਦੇ ਹਨ, ਉਹਨਾਂ ਨੂੰ ਆਪਣੀ ਰਖਿਆਲਾਂ ਦੇ ਤੌਰ ਤੇ ਉਹਨਾਂ ਕੋਲ ਆਪਣੇ ਫੈਸਲੇ ਕਰਵਾਉਂਦੇ ਹਨ। ਸਿਧਾਂਤਕ ਤੌਰ ਤੇ ਅਕਾਲ ਤਖਤ ਦੇ ਜਥੇਦਾਰ ਦਾ ਅਹੁਦਾ ਨਹੀਂ ਹੈ, ਇਤਿਹਾਸ ਵਿੱਚ ਨਹੀਂ ਹੈ। ਇਹ 1920 ਤੱਕ ਤਾਂ ਇਹਦਾ ਨਾਂ ਨਿਸ਼ਾਨ ਨਹੀਂ ਸੀ ਤੇ 1986 ਦੀ 26 ਜਨਵਰੀ ਤੱਕ ਇਸ ਅਹੁਦੇ ਨੂੰ ਜਾਣਦਾ ਤੱਕ ਕੋਈ ਨਹੀਂ ਸੀ। ਇਹ ਸਿਰਫ ਪੁਜਾਰੀ ਹੁੰਦੇ ਸਨ ਔਰ ਇਹਨਾਂ ਦਾ ਕੰਮ ਗ੍ਰੰਥੀ ਤੋਂ ਸੀਨੀਅਰ ਗ੍ਰੰਥੀ ਵਾਲੀ ਸੇਵਾ ਕਰਨਾ। ਸੋ ਇਹਨਾਂ ਦੇ ਨਿਯਮ ਬਣਾਉਣ ਦੀ ਗੱਲ ਜਿਹੜੀ ਹੈ ਉਹ ਜਾਂ ਤੇ ਅਗਿਆਨਤਾ ਹੈ, ਜਾਂ ਫਿਰ ਇਹ ਚਲਾਕੀ ਹੈ, ਜਾਂ ਫਿਰ ਇਹਨਾਂ ਦੇ ਏਜੰਟ ਬਣਨ ਵਾਲੀ ਗੱਲ ਹੈ। ਇਹਨਾਂ ਦੀ ਬੀ ਟੀਮ ਬਣਨ ਦਾ, ਇਹਨਾਂ ਜਥੇਦਾਰਾਂ ਦੀ ਬੀ ਟੀਮ ਬਣਨ ਦੀ ਕੋਸ਼ਿਸ਼ ਹੈ। ਔਰ ਮੈਂ ਇਹ ਗੱਲ ਸਮਝਣਾ ਬਈ ਜਿੰਨਾ ਨੁਕਸਾਨ ਉਹਨਾਂ ਲੋਕਾਂ ਨੇ ਕੀਤਾ ਹੈ ਅਕਾਲ ਤਖਤ ਦਾ, ਜਿਹੜੇ ਅਕਾਲ ਤਖਤ ਤੇ ਪੇਸ਼ ਹੁੰਦੇ ਹਨ, ਜਾਂ ਇਹਨਾਂ ਜਥੇਦਾਰ ਮੰਨਦੇ ਹਨ, ਜਾਂ ਇਹਨਾਂ ਦਾ ਸਤਿਕਾਰ ਥਾਂ ਕਰਦੇ ਹਨ, ਜਾਂ ਇਹਨਾਂ ਦੀ ਗੱਲ ਸੁਣਦੇ ਹਨ, ਉਹ ਇਹਦਾ ਵੱਡਾ ਨੁਕਸਾਨ ਕਰ ਰਹੇ ਨੇ ਇਸ ਅਹੁਦੇ ਦਾ, ਅਕਾਲ ਤਖਤ ਦਾ। ਅਕਾਲ ਤਖਤ ਦੇ ਸਿਧਾਂਤ ਦੀ ਬੇਅਦਬੀ ਉਹ ਕਰਦੇ ਹਨ ਜਿਹੜੇ ਇਹਨਾਂ ਨੂੰ ਜਥੇਦਾਰ ਮੰਨਦੇ ਹਨ, ਜਿਹੜੇ ਕੌਮ ਦੇ ਨੁਮਾਇੰਦੇ ਮੰਨਦੇ ਹਨ।
ਕੋਈ ਅਹੁਦਾ ਹੈ ਨਹੀਂ, ਨਕਲੀ ਅਹੁਦਾ ਹੈ, ਨਾਜਾਇਜ਼ ਅਹੁਦਾ ਹੈ। ਇਹ ਸਿੱਖ ਫਿਲਾਸਫੀ ਦਾ ਰੇਪ ਹੈ, ਇੱਕ ਇਤਿਹਾਸ ਦਾ ਰੇਪ ਹੈ, ਜਬਰ ਜਨਾਹ ਹੈ। ਇਹ ਜਿਹੜਾ ਅਹੁਦਾ ਹੈ, ਜਦ ਤੱਕ ਸਿੱਖ ਇਸ ਨੂੰ ਰੱਦ ਨਹੀਂ ਕਰਦੇ ਉਦੋਂ ਤੱਕ ਪੰਥ ਦਾ ਭਲਾ ਨਹੀਂ ਹੋਣਾ। ਇੱਕ ਸਵਾਲ ਮੈਨੂੰ ਕਿਸੇ ਨੇ ਪੁੱਛਿਆ ਕਿ ਵੀ ਇਹ ਅਸੀਂ ਇੱਕ ਬੜਾ ਸੋਹਣਾ ਹਊਆ ਖੜਾ ਕੀਤਾ ਹੋਇਆ ਹੈ ਗੈਰ ਸਿੱਖਾਂ ਵਾਸਤੇ। ਤੇ ਮੈਂ ਉਹਨੂੰ ਪੁੱਛਿਆ, ਭਾਈ ਗੈਰ ਸਿੱਖ ਨੂੰ ਮੰਨਦੇ ਹੈ ਨਾ ਉਹਦੇ ਨੂੰ? ਇਹ ਤਾਂ ਉਹਨਾਂ ਅਦਾਲਤਾਂ ਵਿੱਚ ਚੈਲੰਜ ਹੁੰਦੇ ਆ ਔਰ ਪਤਾ ਲੱਗਦਾ ਪਿਆ ਵੀ ਸ਼ਰੇਆਮ ਹੈ ਬਾਦਲ ਦੇ ਜਿਹੜੇ ਏਜੰਟ ਨੇ, ਇਹਨਾਂ ਦਾ ਕੋਈ ਹੋਰ ਕੋਈ ਕੰਮ ਨਹੀਂ। ਤੋ ਇਸ ਅਹੁਦੇ ਦੀ ਗੈਰ ਸਿੱਖਾਂ ਵਿੱਚ ਕੀ ਵਕਤ ਹੈ? ਕੋਈ ਵਕਤ ਨਹੀਂ। ਫਿਰ ਕਹਿੰਦਾ ਵੀ ਕੌਮ ਨੂੰ ਇੱਕ ਤਾਂ ਐਸਾ ਬੰਦਾ ਚਾਹੀਦਾ ਹੈ, ਇੱਕ ਐਸਾ ਥਾਂ ਚਾਹੀਦਾ ਹੈ, ਇੱਕ ਐਸਾ ਸਿਸਟਮ ਚਾਹੀਦਾ ਜਿਹਦੀ ਸਾਰੀ ਕੌਮ ਇਕੱਠੇ ਫੈਸਲੇ ਕਰ ਸਕੇ। ਹਾਂ ਬਿਲਕੁਲ ਠੀਕ ਹੈ ਗੱਲ, ਔਰ ਇਹ ਹੈ ਵੀ ਸੀ ਸਿੱਖਾਂ ਕੋਲ। ਸਿੱਖਾਂ ਕੋਲ ਇੱਕ ਸਰਬੱਤ ਖਾਲਸਾ ਦਾ ਸਿਧਾਂਤ ਸੀ, ਇੱਕ ਫਲਸਫਾ ਸੀਗਾ ਸਰਬੱਤ ਖਾਲਸਾ ਦਾ। ਸਾਰੀਆਂ ਸਿੱਖ ਜਥੇਬੰਦੀਆਂ, ਜਥੇ, ਗਰੁੱਪ, ਟੋਲੇ ਇਕੱਠੇ ਬੈਠਿਆ ਕਰਦੇ ਸਨ। ਉਹਨਾਂ ਦੇ ਨੁਮਾਇੰਦੇ, ਸਾਰੇ ਸਿੱਖ ਨਹੀਂ ਬੈਠ ਸਕਦੇ, 50,000, 10,000, 20,000, ਲੱਖ, 2 ਲੱਖ, 10 ਲੱਖ। ਉਹਨਾਂ ਦੇ ਨੁਮਾਇੰਦੇ ਜਿੰਨੀਆਂ ਵੀ ਜਥੇਬੰਦੀਆਂ ਨੇ ਉਹ ਬੈਠਣਗੇ ਤੇ ਆਪਣੇ ਵਿੱਚੋਂ ਇੱਕ ਜਥੇਦਾਰ ਚੁਣਨਗੇ ਉਸ ਸਾਰੇ ਜਥੇ ਦਾ। ਉਹ ਸਿਸਟਮ ਸੀ ਜਦੋਂ ਤੱਕ ਉਹ ਚੱਲਦਾ ਰਿਹਾ, ਉਹੀ ਕੌਮ ਦੇ ਫੈਸਲੇ ਕਰਦਾ ਸੀ। ਕੋਈ ਜਥੇਦਾਰ ਨਹੀਂ ਅਕਾਲ ਤਖਤ ਦਾ ਹੋਇਆ, ਕੋਈ ਹਿਸਟਰੀ 'ਚ ਕੋਈ ਨਾਂ ਨਿਸ਼ਾਨ ਨਹੀਂ ਹੈ। ਤੋ ਇਹ ਸਿਸਟਮ ਬਣ ਸਕਦਾ ਹੈ। ਇਹ ਸਿਸਟਮ ਸਿੱਖਾਂ ਦਾ ਨਹੀਂ, ਬਾਕੀਆਂ ਕੋਲ ਵੀ ਹੈ, ਯਹੂਦੀਆਂ ਕੋਲ ਹੈ। ਵਰਲਡ ਜੂਇਸ਼ ਕਾਂਗਰਸ ਹੈ, ਅਸੀਂ ਵਰਲਡ ਸਿੱਖ ਪਾਰਲੀਮੈਂਟ ਬਣਾ ਸਕਦੇ ਹਾਂ। ਨਾਂ ਰੱਖਣ ਦੇ ਕੋਈ ਫਰਕ ਨਹੀਂ ਪੈਂਦਾ ਵੀ ਕਹੋ ਵੀ ਇਹ ਡਾਕਟਰ ਹਰਜਿੰਦਰ ਸਿੰਘ ਦਲਗੀਰ ਦਾ ਦਿੱਤਾ ਹੋਇਆ ਨਾਂ ਹੈ, ਇਸ ਕਰਕੇ ਵਰਲਡ ਸਿੱਖ ਪਾਰਲੀਮੈਂਟ ਨਹੀਂ ਰੱਖਣਾ। ਮੈਂ 1995 ਵਿੱਚ ਇਹਨਾਂ ਨੂੰ ਸਮਝਾਇਆ ਸੀਗਾ ਕਿ ਤੁਸੀਂ ਇੱਕ ਵਰਲਡ ਸਿੱਖ ਪਾਰਲੀਮੈਂਟ ਬਣਾ ਲਓ। ਇਹਨਾਂ ਨੇ ਉਸ ਨੂੰ ਚਲਾਕੀ ਨਾਲ ਵਰਲਡ ਸਿੱਖ ਕਾਉਂਸਲ ਬਣਾ ਕੇ ਆਪੋ ਆਪਣੀ ਜੇਬ 'ਚ ਪਾਉਣ ਦੀ ਕੋਸ਼ਿਸ਼ ਕੀਤੀ। ਉਹ ਵੀ ਪੁਜਾਰੀਆਂ ਦਾ ਤੇ ਜਥੇਦਾਰਾਂ ਦਾ ਤੇ ਲੀਡਰਾਂ ਦਾ ਕੰਮ ਸੀਗਾ, ਜਿਹੜੀ ਕਿ ਫੇਲ ਹੋਣੀ ਸੀ ਤੇ ਹੋਈ। ਹੁਣ ਵੀ ਥਾਂ ਥਾਂ ਤੇ ਕੋਈ ਵਰਲਡ ਸਿੱਖ ਕਾਉਂਸਲ, ਵਰਲਡ ਸਿੱਖ ਕਾਨਫਰੰਸ, ਵਰਲਡ ਸਿੱਖ ਫੈਡਰੇਸ਼ਨ, ਵਰਲਡ ਸਿੱਖ ਐਸੋਸੀਏਸ਼ਨ, ਇਹੋ ਜਿਹੀਆਂ ਬਥੇਰੀਆਂ ਬਣੀਆਂ ਹੋਈਆਂ। 4-5 ਬੰਦੇ ਬਣਦੇ ਆ ਤੇ ਆਪਣੇ ਹਰ ਪਾਸ 2-4 ਦੇਸ਼ਾਂ ਵਿੱਚੋਂ 1-2 ਬੰਦੇ ਆਪਣੇ ਦੋਸਤਾਂ ਨੂੰ ਪਾ ਕੇ ਤੇ ਜਥੇਬੰਦੀ ਬਣਾ ਲੈਂਦੇ ਹਨ। ਵੈਬਸਾਈਟਾਂ ਤੇ ਆਪੋ ਆਪਣੇ ਜਿਹੜਾ ਵੈਬ ਪੇਜ ਬਣਾ ਲੈਂਦੇ ਹਨ ਜਾਂ ਇਸ ਤਰ੍ਹਾਂ ਦਾ ਹੋਰ ਕੋਈ ਅਦਾਰਾ ਬਣਾ ਲੈਂਦੇ ਹਨ। ਦਰਅਸਲ ਸਿੱਖਾਂ ਨੂੰ ਬਿਲਕੁਲ ਜ਼ਰੂਰਤ ਹੈ ਇੱਕ ਵਰਲਡ ਸਿੱਖ ਪਾਰਲੀਮੈਂਟ ਦੀ, ਜਿਹਦੇ 'ਚ ਸਿੱਖਾਂ ਦੇ ਹਰ ਮੁਲਕ 'ਚੋਂ, ਹਰ ਧੜੇ 'ਚੋਂ, ਹਰ ਸੋਚ 'ਚੋਂ ਨੁਮਾਇੰਦੇ ਆਉਣ ਅਤੇ ਉਹਨਾਂ ਵਿੱਚੋਂ ਇੱਕ ਜਿਹੜੀ ਹੈ ਇੱਕ ਏਪੈਕਸ ਕਮੇਟੀ ਚੁਣੀ ਜਾਏ। ਇਟ ਮੇ ਬੀ 5 ਮੈਂਬਰ, 10 ਮੈਂਬਰ, 20 ਮੈਂਬਰ, 25 ਮੈਂਬਰ, 50 ਮੈਂਬਰ, 100 ਮੈਂਬਰ, ਜਿੱਦਾਂ ਕਿ ਜਿਹੜਾ ਕਿ ਆਪਸ 'ਚ ਵਿਚਾਰ ਕਰਕੇ ਕੀਤਾ ਜਾ ਸਕਦਾ ਹੈ। ਔਰ ਉਸ ਏਪੈਕਸ ਕਮੇਟੀ ਵਿੱਚੋਂ ਫਿਰ ਇੱਕ ਸਬ ਕਮੇਟੀ ਚੁਣੀ ਜਾਏ 5, 7, 10, 15 ਮੈਂਬਰਾਂ ਦੀ, ਜਿਹੜੀ ਆਪਣੇ ਵਿੱਚੋਂ ਇੱਕ ਜਥੇਦਾਰ ਚੁਣਨ, ਉਸ ਸਰਬੱਤ ਖਾਲਸਾ ਦਾ ਜਥੇਦਾਰ। ਵਰਲਡ ਸਿੱਖ ਪਾਰਲੀਮੈਂਟ ਦਾ ਚੇਅਰਮੈਨ ਕਰ ਲਓ, ਵਰਲਡ ਸਿੱਖ ਪਾਰਲੀਮੈਂਟ ਦਾ ਚਾਂਸਲਰ ਕਹਿ ਲਓ, ਵਰਲਡ ਸਿੱਖ ਦਾ ਪ੍ਰੈਜ਼ੀਡੈਂਟ ਕਹਿ ਲਓ, ਕੋਈ ਨਾਂ ਰੱਖ ਲਓ, ਕੋਈ ਫਰਕ ਨਹੀਂ ਪੈਂਦਾ। ਉਸ ਵਰਲਡ ਸਿੱਖ ਪਾਰਲੀਮੈਂਟ ਦੇ ਵਿੱਚ ਜੋ ਗੁਰਮਤੇ ਹੋਇਆ ਕਰਨਗੇ, ਜੋ ਕੰਸੈਂਸਸ ਨਾਲ ਫੈਸਲੇ ਹੋਇਆ ਕਰਨਗੇ, ਉਸ ਨੂੰ ਸਾਰਾ ਪੰਥ ਬਣੇਗਾ। ਜਿਹੜੇ ਇਹ ਅਖੌਤੀ ਜਥੇਦਾਰ ਨੇ, ਨਕਲੀ ਅਹੁਦੇ ਨੇ, ਨਾਜਾਇਜ਼ ਅਹੁਦੇ ਨੇ, ਇਹ ਸਿੱਖ ਹਿਸਟਰੀ ਦਾ, ਸਿੱਖ ਤਾਰੀਖ ਦਾ, ਸਿੱਖ ਫਲਸਫੇ ਦਾ, ਸਿੱਖ ਸਿਧਾਂਤਾਂ ਦਾ, ਸਿੱਖਾਂ ਦਾ, ਸਾਰੀ ਕੌਮ ਦਾ ਜਿਹੜਾ ਹੈ ਉਹਦੀ ਬੇਇੱਜ਼ਤੀ ਕਰ ਰਹੇ ਨੇ। ਔਰ ਜੋ ਲੋਕ ਇਹਨਾਂ ਨੂੰ ਮੰਨਦੇ ਨੇ ਉਹ ਜਿਹੜੇ ਨੇ ਉਹ ਇਸ ਬੇਇੱਜ਼ਤੀ ਦੇ ਬਰਾਬਰ ਦੇ ਜ਼ਿੰਮੇਦਾਰ ਨੇ। ਜਿਹੜੇ ਕਹਿੰਦੇ ਨੇ ਵੀ ਇਹਦੇ ਵਾਸਤੇ ਕੋਈ ਇੱਕ ਸਿਸਟਮ ਬਣਨਾ ਚਾਹੀਦਾ ਹੈ, ਕੋਈ ਚੋਣ ਦਾ ਤਰੀਕਾ ਹੋਣਾ ਚਾਹੀਦਾ ਹੈ, ਕੋਈ ਸੈਕਟਰੀਏਟ ਹੋਣਾ ਚਾਹੀਦਾ ਹੈ, ਉਹ ਸਾਰੇ ਜਿਹੜੇ ਨੇ ਉਹ ਇਸ ਗਲਤ ਗੱਲ ਨੂੰ, ਇਸ ਪਾਪ ਨੂੰ, ਉਹ ਇਸ ਕੌਮ ਦੀ ਬੇਅਦਬੀ ਦੇ ਜ਼ਿੰਮੇਦਾਰ ਬਰਾਬਰ ਦੇ ਹਨ। ਸਿਰਫ ਪੁਜਾਰੀ ਜ਼ਿੰਮੇਦਾਰ ਨਹੀਂ, ਬਾਦਲ ਜ਼ਿੰਮੇਦਾਰ ਨਹੀਂ, ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਜ਼ਿੰਮੇਦਾਰ ਨਹੀਂ, ਉਹ ਵੀ ਜ਼ਿੰਮੇਦਾਰ ਨੇ ਜਿਹੜੇ ਇਹਨਾਂ ਅੱਗੇ ਜਾ ਕੇ ਪੇਸ਼ ਹੁੰਦੇ ਹਨ ਔਰ ਇਹਨਾਂ ਦੀ ਹਉਮੈ ਨੂੰ ਪੱਠੇ ਪਾਉਂਦੇ ਹਨ। ਔਰ ਇੱਕ ਜਿੱਦਾਂ ਥਾਣੇ 'ਚ ਜਾ ਕੇ ਥਾਣੇਦਾਰ ਕੋਲ ਪੇਸ਼ ਹੋਣਾ ਹੁੰਦਾ ਹੈ, ਇਹਦੇ ਕੋਲ ਪੇਸ਼ ਹੁੰਦੇ ਹਨ। ਇਹ ਨਾ ਅਦਾਲਤ ਹੈ, ਨਾ ਇਹਨਾਂ ਕੋਲ ਸਿਧਾਂਤ ਹੈ, ਇਹ ਸਿਰਫ ਪੁਜਾਰੀ ਲੋਕ ਨੇ। ਤੋਂ ਪੁਜਾਰੀਆਂ ਨੂੰ ਰੱਦ ਕਰਨਾ, ਨਾਜਾਇਜ਼ ਅਹੁਦੇ ਨੂੰ ਰੱਦ ਕਰਨਾ, ਸਿੱਖ ਪੰਥ ਦੀ ਬੇਅਦਬੀ ਨੂੰ ਖਤਮ ਕਰਨਾ ਜ਼ਰੂਰੀ ਹੈ। ਔਰ ਇਸ ਨੂੰ ਜ਼ਰੂਰੀ ਹੈ ਜੇ ਕੌਮ ਨੂੰ ਬਚਾਉਣਾ ਹੈ ਤਾਂ ਇਹਦਾ ਸਟਾਰਟ, ਇਹਦਾ ਆਗਾਜ਼, ਇਹਦੀ ਸ਼ੁਰੂਆਤ ਜਿਹੜੀ ਹੈ ਇੱਥੋਂ ਕਰਨੀ ਪਏਗੀ ਕਿ ਨੋ ਅਖੌਤੀ ਜਥੇਦਾਰ, ਨੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਜਾਰੇਦਾਰੀ। ਇਹਨਾਂ ਸਾਰਿਆਂ ਨੂੰ ਪੂਰੀ ਤਰ੍ਹਾਂ ਜਦ ਤੱਕ ਰੱਦ ਨਹੀਂ ਕਰਦੇ, ਕੌਮ ਦੇ ਚੰਗੇ ਦਿਨਾਂ ਦੀ ਸ਼ੁਰੂਆਤ ਨਹੀਂ ਹੋ ਸਕਦੀ। ਕਿਉਂ ਜੀ? ਤਸੱਲੀ ਹੋਈ ਹੁਣ ਤੋਂ ਤੁਹਾਡੀ। ਬਾਕੀ ਅਗਲੀ ਗੱਲ ਜਿਹੜੀ ਉਹ ਇਸ ਤਰ੍ਹਾਂ ਵੀ ਬਾਕੀ ਦੀ ਗੱਲ ਚਲੋ ਇਸ ਤਰ੍ਹਾਂ ਮੈਂ 1 ਮਿੰਟ ਕਰ ਲਵਾਂ ਤੇ